ਰੈਕਟਰ ਟ੍ਰੇਲਰ ਚੋਂ ਮਿਲੀਆਂ 50 ਤੋਂ ਵੱਧ ਲਾਸ਼ਾਂ, 16 ਹੋਰਨਾਂ ਦੀ ਹਾਲਤ ਗੰਭੀਰ। ਟਰੱਕ ਵਿੱਚ 100 ਦੇ ਕਰੀਬ ਲੋਕ ਸਨ ਸਵਾਰ। ਤਾਪਮਾਨ ਵੱਧ ਜਾਣ ਕਾਰਨ ਹੀਟ ਸਟ੍ਰੋਕ ਦਾ ਹੋਏ ਸੀ ਸ਼ਿਕਾਰ। ਜੀ ਹਾਂ, ਇਹ ਘਟਨਾ ਬੀਤੀ 28 ਜੂਨ 2022 ਦੀ ਹੈ। ਅਮਰੀਕਾ ਦੇ ਟੈਕਸਾਸ ਵਿੱਚ ਸੜਕ ਕਿਨਾਰੇ ਖੜੇ ਇੱਕ ਟਰੱਕ ਵਿੱਚੋਂ 46 ਪ੍ਰਵਾਸੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਟਰੱਕ ਵਿੱਚ 100 ਤੋਂ ਵੱਧ ਲੋਕ ਸਵਾਰ ਦੱਸੇ ਗਏ। ਜਦੋਂ ਪੁਲਿਸ ਟੀਮ ਨੇ ਮੌਕੇ ਤੇ ਪਹੁੰਚ ਕੇ ਉਹਨਾਂ ਨੂੰ ਬਾਹਰ ਕੱਢਿਆ ਤਾਂ ਉਹਨਾਂ ਦੀ ਚਮੜੀ ਗਰਮ ਸੀ। ਦੱਸਿਆ ਜਾ ਰਿਹਾ ਹੈ ਕਿ ਅੱਤ ਦੀ ਗਰਮੀ ਕਾਰਨ ਟਰੱਕ ਦੇ ਕੰਟੇਨਰ ਦਾ ਤਾਪਮਾਨ ਵੱਧ ਗਿਆ ਅਤੇ ਲੋਕ ਹੀਟ ਸਟ੍ਰੋਕ ਦਾ ਸ਼ਿਕਾਰ ਹੋ ਗਏ। ਜਾਣਕਾਰੀ ਮੁਤਾਬਕ 4 ਬੱਚਿਆਂ ਸਮੇਤ 16 ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਵੀ ਕਰਾਇਆ ਗਿਆ ਸੀ, ਜਿਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਗਈ ਸੀ। ਇਹ 18 ਪਹੀਆਂ ਵਾਲਾ ਟਰੱਕ ਟੈਕਸਾਸ ਦੇ ਸੈਨ ਐਂਟੋਨੀਓ ਸ਼ਹਿਰ ਤੋਂ ਮਿਲਿਆ ਸੀ। ਇਸ ਸ਼ਹਿਰ ਨੂੰ ਗੈਰ ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਦਾ ਸਭ ਤੋਂ ਬਿਹਤਰ ਜ਼ਰੀਆ ਮੰਨਿਆ ਜਾਂਦਾ ਹੈ। ਸੈਨ ਐਂਟੋਨੀਓ ਸ਼ਹਿਰ ਟੈਕਸਾਸ ਮੈਕਸੀਕੋ ਸਰਹੱਦ ਤੋਂ ਲਗਭਗ 250 ਕਿਲੋਮੀਟਰ ਦੂਰ ਹੈ। ਇੱਥੇ ਨਾਲ ਮੈਂ ਇਹ ਵੀ ਦੱਸ ਦਵਾਂ ਕਿ ਪਿਛਲੇ ਦਿਨੀ ਹੀ ਅਮਰੀਕਾ ਵਿੱਚ ਦਾਖਲ ਹੋਣ ਦੇ ਚੱਕਰ ਵਿੱਚ ਇੱਕ ਗੁਜਰਾਤੀ ਪਰਿਵਾਰ ਦੀ ਮੌਤ ਹੋ ਗਈ ਸੀ। ਉਹਨਾਂ ਦੀ ਮੌਤ ਕੈਨੇਡਾ ਅਮਰੀਕਾ ਬਾਰਡਰ ਤੇ ਠੰਡ ਦੀ ਵਜ੍ਹਾ ਨਾਲ ਹੋਈ ਸੀ। ਮਰਨ ਵਾਲਿਆਂ ਵਿੱਚੋਂ ਪਤੀ ਪਤਨੀ ਅਤੇ ਉਹਨਾਂ ਦੇ 2 ਬੱਚੇ, ਜਿਨ੍ਹਾਂ ਦੀ ਕੀ ਉਮਰ 11 ਸਾਲ ਤੇ 3 ਸਾਲ ਸੀ, ਵੀ ਸ਼ਾਮਿਲ ਸਨ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਪਰਮਜੀਤ ਸਿੰਘ ਤੇ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਟੂ ਦਾ ਪੁਆਇੰਟ ਪਰਮ। ਅੱਜ ਕੱਲ ਭਾਰਤੀਆਂ ਦੇ ਜਾਂ ਫਿਰ ਕਹੀਏ ਪੰਜਾਬੀਆਂ ਦੇ ਇਲੀਗਲ ਤਰੀਕੇ ਨਾਲ ਯਾਨੀ ਕਿ ਗੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਣ ਦੇ ਨਾਂ ਤੇ ਹੋਈਆਂ ਮੌਤਾਂ ਤੇ ਨਾਕਾਮਯਾਬ ਕੋਸ਼ਿਸ਼ਾਂ ਦੀ। ਪਰ ਸਭ ਤੋਂ ਪਹਿਲੇ ਮੇਰਾ ਚੈਨਲ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰ ਲਓ। ਬੈਲ ਆਈਕਨ ਵੀ ਦਬ ਲਓ ਤਾਂ ਜੋ ਮੇਰੀ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ। ਅਮਰੀਕਾ ਜਾਂ ਕੈਨੇਡਾ ਹਮੇਸ਼ਾ ਤੋਂ ਹੀ ਭਾਰਤੀਆਂ ਲਈ ਤੇ ਖਾਸ ਕਰ ਪੰਜਾਬੀਆਂ ਲਈ ਫੇਵਰਿਟ ਥਾਵਾਂ ਚੋਂ ਇੱਕ ਰਹੀ ਹੈ। ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਪੰਜਾਬੀਆਂ ਨੇ ਬਾਹਰਲੇ ਮੁਲਕਾਂ ਵਿੱਚ ਜਾ ਕੇ ਆਪਣੀ ਮਿਹਨਤ ਸਦਕਾ ਤਰੱਕੀਆਂ ਹਾਸਲ ਕੀਤੀਆਂ ਹਨ ਤੇ ਕਾਮਯਾਬੀ ਦੇ ਝੰਡੇ ਵੀ ਝੁਲਾਏ ਹਨ। ਪਰ ਕਈ ਵਾਰ ਵਿਦੇਸ਼ ਜਾਣ ਨੂੰ ਲੈ ਕੇ ਕੁਝ ਨੌਜਵਾਨ ਧੋਖੇ ਦਾ ਸ਼ਿਕਾਰ ਵੀ ਹੁੰਦੇ ਰਹੇ ਨੇ ਤੇ ਗੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਣ ਦੀ ਕੋਸ਼ਿਸ਼ ਵੀ ਕਰਦੇ ਰਹੇ ਨੇ। ਪਿਛਲੇ ਦਿਨੀ ਅਮਰੀਕਾ ਦੇ ਟੈਕਸਾਸ ਵਿੱਚ ਮੈਕਸੀਕੋ ਤੋਂ ਆਏ ਟਰੱਕ ਦੇ ਅੰਦਰ ਹੁਣ ਤੱਕ 50 ਤੋਂ ਵੱਧ ਲਾਸ਼ਾਂ ਮਿਲੀਆਂ ਹਨ। ਇਹ ਲੋਕ ਗੈਰ ਕਾਨੂੰਨੀ ਢੰਗ ਨਾਲ ਟਰੱਕ ਵਿੱਚ ਭਰ ਕੇ ਲਿਆਂਦੇ ਗਏ ਸੀ। ਇਸ ਮੰਦਭਾਗੇ ਹਾਦਸੇ ਕਾਰਨ ਸ਼ਰਨਾਰਥੀਆਂ ਦਾ ਮੁੱਦਾ ਇੱਕ ਵਾਰ ਫਿਰ ਗਰਮ ਹੋ ਗਿਆ ਹੈ। ਇਸ ਦਾ ਇੱਕ ਪਹਿਲੂ ਇਹ ਵੀ ਹੈ ਕਿ ਹਾਲ ਹੀ ਦੇ ਸਾਲਾਂ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਐਂਟਰੀ ਕਰਨ ਦੇ ਮਾਮਲੇ ਵਿੱਚ ਭਾਰਤੀਆਂ ਦੀ ਗਿਣਤੀ ਵੀ ਤੇਜ਼ੀ ਨਾਲ ਵਧ ਰਹੀ ਹੈ। ਮੈਕਸੀਕੋ ਤੋਂ ਦੱਖਣੀ ਸਰਹੱਦ ਰਾਹੀਂ ਅਮਰੀਕਾ ਵਿੱਚ ਵੜਨ ਦੀਆਂ ਕੋਸ਼ਿਸ਼ਾਂ ਵਿੱਚ 30% ਦਾ ਵਾਧਾ ਹੋਇਆ ਹੈ। ਦੱਖਣੀ ਸਰਹੱਦ ਰਾਹੀਂ ਅਮਰੀਕਾ ਵਿੱਚ ਘੁਸਪੈਠ ਕਰਦੇ ਹੋਏ ਫੜੇ ਗਏ ਪ੍ਰਵਾਸੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸ ਸਾਲ ਇਹ ਗਿਣਤੀ ਪਿਛਲੇ 10 ਸਾਲਾਂ ਵਿੱਚ ਸਭ ਤੋਂ ਵੱਧ ਦਰਜ ਕੀਤੀ ਗਈ। ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਅਧਿਕਾਰੀਆਂ ਨੇ ਕਿਹਾ ਕਿ ਦੱਖਣੀ ਸਰਹੱਦ ਨੇੜੇ ਅਜਿਹੇ ਮਾਮਲਿਆਂ ਵਿੱਚ 1 ਸਾਲ ਪਹਿਲਾਂ ਦੇ ਮੁਕਾਬਲੇ 30% ਦਾ ਵਾਧਾ ਹੋਇਆ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਇੱਕ US ਫੈਡਰਲ ਏਜੰਸੀ ਨੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਜੋ ਕੈਨੇਡੀਅਨ ਸਰਹੱਦ ਤੋਂ ਭਾਰਤੀਆਂ ਨੂੰ ਗੈਰ ਕਾਨੂੰਨੀ ਪ੍ਰਵੇਸ਼ ਦੀ ਸਹੂਲਤ ਦਿੰਦਾ ਸੀ। ਗਿਰੋਹ ਦਾ ਸਰਗਨਾ ਕੈਲੀਫੋਰਨੀਆ ਤੋਂ ਇਸ ਨੈਟਵਰਕ ਨੂੰ ਚਲਾਉਂਦਾ ਸੀ, ਜਿਸ ਨੂੰ ਕਿ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਗਿਰੋਹ ਹਜ਼ਾਰਾਂ ਭਾਰਤੀਆਂ ਨੂੰ ਊਬਰ ਕੈਬ ਰਾਹੀਂ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਪਹੁੰਚਾਉਂਦਾ ਸੀ। ਇਸ ਗਿਰੋਹ ਨੇ ਹਰੇਕ ਕੋਲੋਂ 23 ਤੋਂ 55 ਲੱਖ ਰੁਪਏ ਵੀ ਲਏ ਸੀ। ਇਹਨਾਂ ਲੋਕਾਂ ਨੂੰ ਪਹਿਲੇ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਇਆ ਜਾਂਦਾ ਸੀ, ਫਿਰ ਉੱਥੇ ਇਹਨਾਂ ਦੇ ਜਾਲੀ ਪੇਪਰ ਬਣਵਾ ਕੇ ਊਬਰ ਕੈਬ ਰਾਹੀਂ ਇਹਨਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜ ਦਿੱਤਾ ਜਾਂਦਾ ਸੀ। ਜ਼ਿਕਰਯੋਗ ਹੈ ਕਿ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ ਵਿੱਚ 25% ਦਾ ਵਾਧਾ ਆਇਆ ਹੈ। ਅਗਰ ਗੱਲ ਆંકੜਿਆਂ ਨਾਲ ਸਮਝਣ ਦੀ ਕੀਤੀ ਜਾਵੇ ਤਾਂ ਮੈਕਸੀਕੋ ਬਾਰਡਰ ਤੇ ਗੈਰ ਕਾਨੂੰਨੀ ਤਰੀਕੇ ਨਾਲ ਆਉਣ ਵਾਲੇ ਭਾਰਤੀਆਂ ਦੀ ਗਿਣਤੀ 2007 ਵਿੱਚ 76 ਸੀ, ਜੋ ਕਿ 2019 ਵਿੱਚ ਵੱਧ ਕੇ 7600 ਹੋ ਗਈ ਤੇ ਪਿਛਲੇ ਸਾਲ ਇਹ ਆંકੜਾ 2600 ਪਾਰ ਕਰ ਗਿਆ ਹੈ। ਦਰਅਸਲ ਅਮਰੀਕਾ ਮੈਕਸੀਕੋ ਸਰਹੱਦ ਤੇ ਸਖਤ ਨਿਗਰਾਨੀ ਤੋਂ ਬਾਅਦ ਲੋਕ ਉੱਤਰੀ ਸਰਹੱਦ ਵੱਲ ਦਾ ਰੁਖ ਕਰਨ ਲੱਗ ਪਏ ਹਨ। ਅਮਰੀਕਾ ਵਿੱਚ ਇਸ ਸਾਲ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਦੇ ਬਾਅਦ ਫੜੇ ਗਏ ਭਾਰਤੀਆਂ ਵਿੱਚ 40% ਕੈਨੇਡਾ ਤੋਂ ਦਾਖਲ ਹੋਏ ਸਨ। ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੁੰਦੇ ਹੋਏ ਫੜੇ ਗਏ ਲੋਕਾਂ ਵਿੱਚੋਂ 80% ਚੀਨੀ ਅਤੇ 99% ਫਿਲੀਪੀਨਸ ਦੇ ਨਾਗਰਿਕ ਸਨ, ਜੋ ਕੈਨੇਡਾ ਤੋਂ ਦਾਖਲ ਹੋਏ। ਯੂਨਾਈਟਿਡ ਨੇਸ਼ਨ ਆਫ ਡਰੱਗ ਐਂਡ ਕ੍ਰਾਈਮ ਦੀ ਤਾਜ਼ਾ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ 20,000 ਤੋਂ ਵੱਧ ਪੰਜਾਬੀ ਨੌਜਵਾਨਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਦੁਨੀਆ ਦੇ 57 ਦੇਸ਼ਾਂ ਵਿੱਚ ਭੇਜਿਆ ਗਿਆ ਹੈ। 1996 ਵਿੱਚ ਮਾਲਟਾ ਸਕੈਂਡਲ ਅਤੇ 20 ਸਾਲ ਬਾਅਦ ਪਨਾਮਾ ਸਕੈਂਡਲ ਤੋਂ ਬਾਅਦ ਵੀ ਨਾ ਤਾਂ ਸਰਕਾਰਾਂ ਦੀ ਹੀ ਨੀਂਦ ਟੁੱਟੀ ਹੈ ਅਤੇ ਨਾ ਹੀ ਲੋਕ ਜਾਗਰੂਕ ਹੋਏ ਹਨ। ਮਾਲਟਾ ਕਿਸ਼ਤੀ ਕਾਂਡ ਵਿੱਚ 283 ਪੰਜਾਬੀਆਂ ਦੀ ਮੌਤ ਹੋ ਗਈ ਸੀ।
ਜਦੋਂ ਕਿ ਪਨਾਮਾ ਕੇਸ ਵਿੱਚ 25 ਪੰਜਾਬੀ ਨੌਜਵਾਨਾਂ ਦਾ ਅੱਜ ਤੱਕ ਕੋਈ ਸੁਰਾਗ ਨਹੀਂ ਲੱਗਾ। ਪੰਜਾਬ ਵਿੱਚ ਕੰਟਰੈਕਟ ਮੈਰਿਜ ਦੇ ਕੇਸ ਵੀ ਕਾਫੀ ਵੱਧ ਰਹੇ ਹਨ। ਬਹੁਤ ਸਾਰੇ ਪੰਜਾਬੀ ਮੁੰਡਿਆਂ ਲਈ ਆਈਲੈਟਸ ਦੀ ਪ੍ਰੀਖਿਆ ਪਾਸ ਕਰਨਾ ਬੇहद ਮੁਸ਼ਕਿਲ ਹੈ, ਜਿਸ ਤੋਂ ਬਿਨਾਂ ਉਹ ਕਿਸੇ ਵੀ ਅੰਤਰਰਾਸ਼ਟਰੀ ਯੂਨੀਵਰਸਿਟੀ ਵਿੱਚ ਅਪਲਾਈ ਨਹੀਂ ਕਰ ਸਕਦੇ। ਅਜਿਹੇ ਵਿੱਚ ਜੇਕਰ ਉਹਨਾਂ ਨੇ ਵਿਦੇਸ਼ ਵਿੱਚ ਸੈਟਲ ਹੋਣ ਦਾ ਮਨ ਬਣਾ ਲਿਆ ਹੈ ਤਾਂ ਪੱਛਮੀ ਯੂਨੀਵਰਸਿਟੀਜ਼ ਵਿੱਚ ਦਾਖਲਾ ਲੈਣ ਲਈ ਸਾਰੀਆਂ ਲੋੜੀਂਦੀਆਂ ਯੋਗਤਾਵਾਂ ਰੱਖਣ ਵਾਲੀ ਕੁੜੀ ਨਾਲ ਕੰਟਰੈਕਟ ਮੈਰਿਜ ਹੀ ਇਕਲੌਤਾ ਸਹਾਰਾ ਬਚਦਾ ਹੈ ਤੇ ਇਹੀ ਸਹਾਰਾ ਨੌਜਵਾਨ ਵੀ ਲੈਂਦੇ ਨੇ। ਪੰਜਾਬ ਪੁਲਿਸ ਦੇ NRI ਵਿੰਗ ਦੇ ਅਨੁਸਾਰ 2019 ਤੋਂ ਸੂਬੇ ਵਿੱਚ ਕੰਟਰੈਕਟ ਮੈਰਿਜ ਦੀਆਂ 186 ਸ਼ਿਕਾਇਤਾਂ ਦਰਜ ਹੋਈਆਂ ਹਨ। ਹਰ ਇੱਕ ਦਾ ਦਾਅਵਾ ਹੈ ਕਿ ਕੁੜੀ ਨੇ ਵਿਦੇਸ਼ ਜਾਣ ਤੋਂ ਬਾਅਦ ਮੁੰਡੇ ਨਾਲ ਧੋਖਾ ਕੀਤਾ। ਇਹਨਾਂ ਸ਼ਿਕਾਇਤਾਂ ਦੇ ਆਧਾਰ ਤੇ ਹੁਣ ਤੱਕ 30 ਤੋਂ ਵੱਧ FIR ਦਰਜ ਕੀਤੀਆਂ ਗਈਆਂ ਹਨ। ਹੋਰ ਵੀ ਵਧੇਰੇ ਇਦਾਂ ਦੇ ਢੰਗ ਅਤੇ ਤਰੀਕੇ ਹਨ ਜਿਨ੍ਹਾਂ ਨੂੰ ਅਪਣਾ ਕੇ ਪੰਜਾਬੀ ਗੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ਾਂ ਵਿੱਚ ਦਾਖਲ ਹੋਏ ਤੇ ਸਿੱਟੇ ਵਜੋਂ ਉਹਨਾਂ ਨੂੰ ਵਿਦੇਸ਼ੀ ਧਰਤੀ ਤੇ ਪੈਰ ਰੱਖਦੇ ਹੀ ਕਈ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ। ਕਈ ਮਾਮਲਿਆਂ ਵਿੱਚ ਤੇ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਉੱਥੇ ਹੀ ਜੇਲ੍ਹਾਂ ਵੀ ਭੁਗਤਣੀਆਂ ਪਈਆਂ ਹਨ ਜਾਂ ਫਿਰ ਉਹ ਮੌਤ ਦਾ ਵੀ ਸ਼ਿਕਾਰ ਹੋ ਗਏ ਹਨ। ਵਿਦੇਸ਼ ਜਾਣ ਦੀ ਲਾਲਸਾ ਵਿੱਚ ਭਾਰਤੀ ਖਾਸ ਕਰਕੇ ਪੰਜਾਬ ਅਤੇ ਹਰਿਆਣਾ ਦੇ ਨੌਜਵਾਨ ਆਪਣੀ ਯੋਗਤਾ ਬਣਾਉਣ ਦੀ ਬਜਾਏ ਗੈਰ ਕਾਨੂੰਨੀ ਢੰਗ ਤਰੀਕੇ ਅਪਣਾ ਰਹੇ ਹਨ। ਲੋੜ ਹੈ ਜਾਗਰੂਕਤਾ ਦੀ, ਸੋਚ ਸਮਝ ਕੇ ਫੈਸਲੇ ਲੈਣ ਦੀ, ਤਾਂ ਜੋ ਸੁਪਨਾ ਪੂਰਾ ਹੋ ਸਕੇ, ਨਾ ਕਿ ਸਿਰਫ ਸੁਪਨਾ ਪੂਰਾ ਕਰਨ ਦੀ ਚਾਹ ਵਿੱਚ ਆਪ ਹੀ ਸੁਪਨਾ ਬਣ ਕੇ ਰਹਿ ਜਾਏ। ਮੇਰਾ ਇਹ ਵੀਡੀਓ ਤੁਹਾਨੂੰ ਕਿੱਦਾਂ ਦਾ ਲੱਗਿਆ ਮੈਨੂੰ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ। ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਮੇਰੇ ਵਿਊਅਰਸ ਵਧਣ, ਤਾਂ ਜੋ ਮੇਰੇ ਸਬਸਕ੍ਰਾਈਬਰਸ ਵਧਣ ਤੇ ਮੈਨੂੰ ਸਪੋਰਟ ਮਿਲੇ। ਸਤਿ ਸ਼੍ਰੀ ਅਕਾਲ।